ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਦੇਖ ਰਹੇ ਹੋ ਸੀਪੀਸੀ ਟੀਵੀ ਦਾ ਖਾਸ ਪ੍ਰੋਗਰਾਮ ਟੀਕਾ ਟਿੱਪਣੀ। ਕਿਸਾਨੀ ਸੰਘਰਸ਼ ਦੇ ਲਿਹਾਜ਼ ਤੋਂ ਅੱਜ ਦਾ ਦਿਨ ਬਹੁਤ ਵੱਡਾ ਹੈ, ਕਿਉਂਕਿ ਸਰਕਾਰ ਨੇ, ਮੋਦੀ ਸਾਹਿਬ ਨੇ ਅੱਜ ਸਵੇਰੇ ਸਵੇਰੇ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਜਜ਼ਬਾਤਾਂ ਤੋਂ ਪਰੇ ਹੋ ਕੇ ਜੇਕਰ ਆਪਾਂ ਸਰਕਾਰ ਦੇ ਇਸ ਐਲਾਨ ਨੂੰ ਵੇਖੀਏ ਤਾਂ ਇਸ ਐਲਾਨ ਦਾ ਸਿਆਸੀ, ਆਰਥਿਕ ਤੇ ਉਸ ਤੋਂ ਬਾਅਦ ਸਮਾਜਿਕ ਕੀ ਅਸਰ ਹੋਏਗਾ, ਅੱਜ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਤਿੰਨਾਂ ਐਂਗਲਾਂ ਤੋਂ ਹੀ, ਤਿੰਨਾਂ ਪਹਿਲੂਆਂ ਤੋਂ ਹੀ ਇਸ ਪ੍ਰੋਗਰਾਮ ਬਾਰੇ ਆਪਾਂ ਐਲਾਨ ਦੇ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਸਰਕਾਰ ਕੀ ਵੋਟ ਬੈਂਕ ਨੂੰ ਦੇਖਦੀ ਹੈ, ਸਰਕਾਰ ਕੀ ਸੋਚਦੀ ਹੈ ਇਸ ਐਲਾਨ ਕਰਨ ਦੀ ਬਾਬਤ, ਪਰ ਕਿਸਾਨੀ ਸੰਘਰਸ਼ ਦੇ ਲਿਹਾਜ਼ ਦੇ ਨਾਲ ਇਹ ਐਲਾਨ ਬਹੁਤ ਵੱਡਾ ਕਿਹਾ ਜਾ ਸਕਦਾ ਹੈ। ਅਸੀਂ ਜੁੜਦੇ ਹਾਂ ਸਮਾਂ ਗਵਾਏ ਬਿਨਾ ਮਿੰਟੂ ਗੁਰਸੇਗਾ ਜੀ ਦੇ ਨਾਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੋਦੀ ਸਾਹਿਬ ਦਾ ਮੀਡੀਆ ਤੇ ਮੋਦੀ ਸਾਹਿਬ ਦੇ ਨੇਤਾ ਕਹਿੰਦੇ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਨਹੀਂ ਹੋ ਸਕਦੇ, ਪਰ ਉਹ ਚੀਜ਼ਾਂ ਅੱਜ ਪਿੱਛੇ ਰਹਿ ਗਈਆਂ। ਸਰਕਾਰ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਖੇਤੀ ਕਾਲੇ ਕਾਨੂੰਨ ਅਸੀਂ ਰੱਦ ਕਰਦੇ ਹਾਂ, ਮਾਫੀ ਵੀ ਮੰਗੀ ਗਈ ਹੈ, ਪਰ ਕੁਝ ਲੋਕਾਂ ਨੂੰ ਇਹ ਐਲਾਨ ਹਾਜ਼ਮ, ਡਾਈਜੈਸਟ ਨਹੀਂ ਹੋ ਰਿਹਾ। ਉਹ ਰਾਜਨੀਤੀ ਦੇ ਐਂਗਲ ਤੋਂ ਵੀ ਵੇਖਣਗੇ, ਸਮਾਜਿਕ ਐਂਗਲ ਤੋਂ ਵੀ ਵੇਖਣਗੇ, ਆਰਥਿਕ ਐਂਗਲ ਤੋਂ ਵੀ ਵੇਖਣਗੇ। ਮੈਂ ਰਾਜਨੀਤੀ ਤੋਂ ਸ਼ੁਰੂਆਤ ਕਰਨੀ ਚਾਹੁੰਦਾ ਹਾਂ। ਭਾਜਪਾ ਦੇ ਇਸ ਮੂਵ ਨੂੰ ਕਿਵੇਂ ਵੇਖੀਏ? ਜਿੱਥੋਂ ਤੱਕ ਹੋਣ ਦਾ ਸਵਾਲ ਹੈ ਨਾ ਜੀ, ਜਿੱਥੇ ਦ੍ਰਿੜ ਸੰਕਲਪ ਹੁੰਦਾ ਹੈ, ਜੀ, ਜਿੱਥੇ ਵਿਲ ਪਾਵਰ ਹੁੰਦੀ ਹੈ, ਜੀ, ਉੱਥੇ ਕੀ ਨਹੀਂ ਹੋ ਸਕਦਾ। ਇੱਕ ਅਖਾਣ ਤੁਸੀਂ ਵਰਤਦੇ ਹੁੰਦੇ ਆ, ਹਲੇ ਤਾਂ ਯਾਰ ਮੈਦਾਨ ਦੇ ਵਿੱਚ ਨੇ, ਬਿਲਕੁਲ ਕੁਝ ਵੀ ਹੋ ਸਕਦਾ। ਡਾਕਟਰ ਗਲੇਨ ਕਨਿੰਗਮ ਸੀਗਾ ਜਿਹੜਾ, ਠੀਕ ਹੈ ਛੋਟੇ ਹੁੰਦਿਆਂ ਦੇ ਉਹਦੇ ਦੋਨੇ ਪੈਰ ਜਲ ਗਏ ਸੀਗੇ ਜੀ। ਡਾਕਟਰ ਨੇ ਆਖਿਆ ਸ਼ਾਇਦ ਹੀ ਤੁਰ ਪਾਏਗਾ। ਹੂੰ, ਮਾਂ ਘਰੇ ਲੈ ਆਈ, ਹਾਂਜੀ, ਵੀਲ ਚੇਅਰ ਤੇ ਮਤਲਬ ਕਿ ਗਰਾਊਂਡ ਵਗੈਰਾ ਲੈ ਜਾਂਦੀ ਸੀਗੀ ਬਾਹਰ ਅੰਦਰ, ਹੂੰ, ਤੁਰ ਨਹੀਂ ਸੀ ਹੁੰਦਾ। ਹਾਂਜੀ, ਪਰ ਮਾਂ ਜਦੋਂ ਵੀ ਕਿਤੇ ਆਸੇ-ਪਾਸੇ ਹੁੰਦੀ ਹਾਂਜੀ, ਤਾਂ ਉਹ ਆਪ ਹੀ ਡਿੱਗ ਕੇ, ਉੱਠਣ ਦੀ ਇੱਛਾ ਦੇ ਨਾਲ ਉਹ ਆਪ ਹੀ ਡਿੱਗ ਕੇ ਤੁਰਨਾ ਸਟਾਰਟ ਕਰਦਾ ਸੀਗਾ, ਵਾਹ ਕੀ ਬਾਤ। ਕਿਉਂਕਿ ਉਹਦੇ ਅੰਦਰ ਇਹ ਚਿੰਨ੍ਹ ਸੀਗੀ, ਹੂੰ, ਦ੍ਰਿੜ ਸੰਕਲਪ ਸੀ ਕਿ ਤੁਰਨਾ ਹੀ ਆ। ਜੀ, ਉਹ ਤੁਰਿਆ ਔਰ ਦੁਨੀਆ ਦਾ ਜੀ, 1 ਮੀਲ ਦਾ ਸਭ ਤੋਂ ਪਹਿਲਾ ਤੇਜ਼ ਫਰਾਟੇਦਾਰ ਦੌੜਾਕ ਬਣਿਆ ਸੀ। ਕੀ ਬਾਤ, ਕੀ ਬਾਤ। 1500 ਮੀਟਰ ਦਾ ਵਰਲਡ ਰਿਕਾਰਡ ਜਿਹੜਾ ਉਹਨੇ ਬਣਾਇਆ ਸੀਗਾ। ਜੀ, ਸੋ ਜੇ ਕਰਨ ਤੇ ਆਵੇ ਬੰਦਾ ਕੀ ਨਹੀਂ ਕਰ ਸਕਦਾ। ਔਰ ਦੂਜੀ ਗੱਲ ਇਹ ਆ ਕਿ ਹੋਇਆ ਕਿਉਂ, ਇਹ ਵੱਡਾ ਹੋਇਆ ਕਿਉਂ ਵੱਡਾ ਸਵਾਲ ਹੈ। ਹਾਂਜੀ, ਥੋੜਾ ਜਿਹਾ ਪਿੱਛੇ ਲੈ ਜਾਣਾ। ਇਹ ਅੰਦੋਲਨ 3R ਫੈਕਟਰ ਦੇ ਨਾਲ ਜੁੜਿਆ ਹੋਇਆ ਸੀਗਾ। ਠੀਕ ਹੈ ਪ੍ਰਵੀਨ ਜੀ, ਜੀ, ਆਰ ਫੈਕਟਰ ਮਤਲਬ ਕਿ ਇੱਕ ਤਾਂ ਰੈਕੋਗਨਾਈਜ਼, ਜੀ, ਦੂਸਰਾ ਰਿਸਪੌਂਡ, ਜੀ, ਤੀਸਰਾ ਰੇਜ਼। ਠੀਕ ਹੈ। ਮਤਲਬ ਕਿ ਕਿਸਾਨਾਂ ਨੇ ਬਹੁਤ ਜਲਦੀ ਰੈਕੋਗਨਾਈਜ਼ ਕੀਤਾ ਕਿ ਕੀ ਹੋਣ ਜਾ ਰਿਹਾ। ਕਿਸਾਨ ਆਗੂ ਜਿਵੇਂ ਮੈਦਾਨ ਚ ਉਤਰੇ, ਕਾਮਰੇਡ ਪਹਿਲਾਂ ਉਤਰੇ ਸਨ, ਤੁਹਾਨੂੰ ਪਤਾ ਹੋਣਾ, ਜੂਨ ਅੱਧ ਤੋਂ ਬਾਅਦ, ਹਾਂਜੀ, ਹਾਂਜੀ, ਜੂਨ ਅੱਧ ਤੋਂ ਬਾਅਦ 4 ਜੂਨ ਨੂੰ ਆਰਡੀਨੈਂਸ ਆਉਂਦੇ, 15-20 ਜੂਨ ਨੂੰ ਪੰਜਾਬ ਚ ਲਾਮਬੰਦੀ ਪਿੰਡਾਂ ਚ ਸਟਾਰਟ ਹੋਣੇ, ਮਤਲਬ ਕਿ ਸ਼ੁਰੂਆਤੀ ਦੌਰ ਚ ਪਹੁੰਚ ਜਾਂਦੀ ਹੈ। ਹਾਂਜੀ, ਪਰਚੇ ਵੀ ਦਰਜ ਹੋਏ, ਜੀ, ਉਹੀ ਪਰਚੇ ਹੁਣ ਰੱਦ ਕਰ ਰਹੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਨਾਲ ਦੀ ਨਾਲ ਰੈਕੋਗਨਾਈਜ਼ ਕਰਕੇ ਨਾਲ ਦੀ ਨਾਲ ਰਿਸਪੌਂਡ ਕੀਤਾ ਗਿਆ। ਜੀ, ਜੀ, ਬਿਲਕੁਲ। ਬਹੁਤ ਜਲਦੀ ਪੰਜਾਬੀਆਂ ਨੇ ਉਸ ਚੀਜ਼ ਨੂੰ ਸਮਝਿਆ, ਹੁੰਗਾਰਾ ਦਿੱਤਾ, ਹੁਲਾਰਾ ਦਿੱਤਾ ਕਿ ਕੰਮ ਵਿਗੜ ਗਿਆ ਯਾਰ, ਕਹਾਣੀ ਵਿਗੜ ਗਈ। ਬਿਲਕੁਲ। ਅੱਛਾ, ਨਾਲ ਦੀ ਨਾਲ ਫਿਰ ਜਦੋਂ ਪੰਜਾਬ ਨੇ ਪੈਰ ਪੁੱਟਿਆ ਜੀ, ਤਾਂ ਫਿਰ ਉਹਦੇ ਛੋਟੇ ਭਾਈ ਨੇ ਆਖਿਆ ਯਾਰ ਵੱਡਾ ਲੜਨ ਚੱਲਿਆ, ਮੈਂ ਇੱਥੇ ਰਹਿ ਕੇ ਲਾਹਨਤਾਂ ਥੋੜੀ ਨਾ ਖੱਟੂਗਾ। ਤਾਂ ਫਿਰ ਉਹ ਨਾਲ ਰਲਿਆ, ਰਿਸਪੌਂਡ ਉਹਦਾ ਹੋਇਆ ਔਰ ਫਿਰ ਹੋਇਆ ਰੇਸ। ਜੀ, ਔਰ ਬੰਗਾਲ ਤੱਕ ਉਹਦਾ ਅਸਰ ਸੀ। ਅਸਰ ਸੀ, ਬਿਲਕੁਲ। ਠੀਕ ਹੈ ਜੀ। ਜਦੋਂ ਏਡੇ ਵੱਡੇ ਪੱਧਰ ਤੇ ਰਾਜਸੀ ਨੁਕਸਾਨ ਹੋਣਾ ਸਟਾਰਟ ਹੋ ਜਾਂਦਾ ਹੈ, ਜੀ, ਤਾਂ ਫਿਰ ਕਈ ਵਾਰ ਰਾਜਨੀਤੀ ਜਿਹੜੀ ਹੈ ਨਾ, ਉਹ ਫੈਸਲੇ ਬਣਾਉਂਦੀ ਵੀ ਆ, ਬਦਲਦੀ ਵੀ ਆ। ਠੀਕ ਹੈ। ਨਵੇਂ ਬਣਾ ਲੈਂਦੀ ਆ, ਪੁਰਾਣੇ ਬਦਲ ਦਿੰਦੀ ਆ। ਜੀ, ਯੂਪੀ ਜਿੱਤਣਾ ਬਹੁਤ ਜ਼ਰੂਰੀ ਆ। ਔਰ ਇਹਨਾਂ ਦੇ ਇੰਟਰਨਲ ਸਰਵੇ, ਖਾਸ ਤੌਰ ਤੇ ਜੇ ਤੁਸੀਂ ਇਹਨਾਂ ਦਾ ਪੱਖੀ ਮੀਡੀਆ ਦੇਖੋਗੇ, ਗਵਰਨਮੈਂਟਲ ਪੱਖੀ ਮੀਡੀਆ, ਉਹਨਾਂ ਦੇ ਵੀ ਜਿਹੜੇ ਸਰਵੇ ਆ ਰਹੇ ਆ ਉਹ ਪਹਿਲਾਂ ਵਰਗੇ ਸ਼ਾਨਦਾਰ ਨਹੀਂ, ਜਾਨਦਾਰ ਨਹੀਂ। ਔਰ ਆਰਐਸਐਸ ਦੇ ਸਰਵੇ ਤਾਂ ਕੁਝ ਹੋਰ ਕਹਿੰਦੇ ਨੇ, ਉਹਨਾਂ ਦੇ ਹਮੇਸ਼ਾ ਸਟੀਕ ਹੁੰਦੇ ਨੇ। ਬਿਲਕੁਲ। ਦੂਜੀ ਗੱਲ ਇਹ ਆ ਕਿ ਮੋਦੀ ਸਾਹਿਬ ਇਲੈਕਸ਼ਨ ਮੋਡ 'ਚ ਆ ਚੁੱਕੇ ਨੇ। ਜੀ, ਵੈਸਟਰਨ ਯੂਪੀ 'ਚ ਆਉਣਾ, ਨੋਇਡਾ 'ਚ ਆਗਾਮੀ ਦਿਨਾਂ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਪ੍ਰੋਗਰਾਮ ਲਿਖਿਆ ਹੋਇਆ। ਠੀਕ ਹੈ। ਉਹਨਾਂ ਨੂੰ ਪਤਾ ਜੇ ਇੱਥੇ ਕਿਤੇ ਇੱਕ ਥਾਂ ਤੇ ਕੋਈ ਗੜਬੜ ਹੋ ਗਈ, ਮਾਮਲਾ ਸਾਰਾ ਥਾਂ ਤੇ ਗੜਬੜ ਹੋ ਸਕਦਾ ਹੈ। ਜੀ, ਕੋਈ ਕਲੈਸ਼ ਹੋ ਗਿਆ, ਕੋਈ ਨੁਕਸਾਨ ਹੋ ਗਿਆ, ਲਖੀਮਪੁਰ ਦੀ ਘਟਨਾ ਉਹ ਦ੍ਰਿਸ਼ਟੀਗੋਚਰ ਰਹੇਗੀ। ਜੀ, ਜੀ, ਹਮੇਸ਼ਾ ਜ਼ੇਰੇ ਨਜ਼ਰ ਰਹੇਗੀ। ਸੋ ਇਸ ਕਰਕੇ ਇਹ ਇੱਕ ਰਾਜਸੀ ਤੌਰ ਤੇ ਪੈਂਤੜਾ ਹੈ। ਠੀਕ ਹੈ। ਉਹਨਾਂ ਦਾ ਕੀ ਗਿਆ ਜੀ, ਮੈਨੂੰ ਦੱਸੋ। ਜੇ ਇਹੀ ਚੀਜ਼ ਕੀਤੀ ਜਾਂਦੀ ਹੈ, ਹਾਂਜੀ, ਐਂਡ ਆਫ ਦਾ ਡੇ
ਟੇਬਲ ਤੇ ਬਹਿ ਕੇ ਇੱਥੇ ਹੀ ਸਹਿਮਤੀ ਬਣ ਜਾਂਦੀ, ਹੋਰ ਵੀ ਦੇ ਦਿੰਦੇ ਨੇ ਉਹ ਬਿਜਲੀ ਕਾਨੂੰਨ ਜਿਹੜਾ ਹੈ ਹਾਂਜੀ ਹਾਂਜੀ ਉਹਦੇ ਵਿੱਚ ਜੋ ਅਮੈਂਡਮੈਂਟ ਲਿਆ ਰਹੇ ਨੇ ਉਹਨੂੰ ਵਾਪਸ ਲੈ ਲੈਂਦੇ ਨੇ। ਜੀ ਜੀ ਤਦ ਵੀ ਉਹ ਨੁਕਸਾਨ 'ਚ ਨਹੀਂ ਹੈ ਜੀ। MSP ਤੇ ਕਹਿਣਗੇ ਆਪਾਂ ਕਮੇਟੀ ਬਿਠਾ ਦਿੰਦੇ ਹੂੰ, ਬੜੇ ਖੁਸ਼ ਹੋ ਕੇ ਕਹਿੰਦੇ ਉਹਨਾਂ ਦੇ ਕੋਲੋਂ ਕੀ ਗਿਆ ਮੈਨੂੰ ਦੱਸੋ? ਨਹੀਂ ਗਿਆ, ਕੁਝ ਨਹੀਂ ਗਿਆ, ਕੋਲੋਂ ਗਿਆ ਕੁਛ? ਇੱਕ ਐਕਸਪੈਰੀਮੈਂਟ ਸੀ, ਉਹ ਵਾਪਸ ਲੈ ਲਿਆ। ਉਹਨਾਂ ਦਾ ਕੋਈ ਨੁਕਸਾਨ ਨਹੀਂ ਨਹੀਂ ਹੋਇਆ, ਬਿਲਕੁਲ ਨਹੀਂ, ਕਿਉਂਕਿ 94% ਨੂੰ ਤਾਂ ਪਹਿਲਾਂ ਹੀ MSP ਨਹੀਂ ਸਨ ਦਿੰਦੇ ਜੀ। MSP ਕਾਨੂੰਨ ਦਾ ਹਾਲੇ ਤੱਕ ਐਲਾਨ ਨਹੀਂ ਹੋਇਆ, ਨਹੀਂ ਹੋਇਆ, ਪਰੰਤੂ ਇਹਦੇ ਚੋਂ ਗੇਨ ਕੀ ਕਰਨਗੇ ਇਹ ਵੱਡਾ ਸਵਾਲ ਹੈ। ਹਾਂ, ਦਿੱਤਾ ਕੀ ਹੈ ਤੇ ਲੈ ਕੀ ਰਹੇ ਆ? ਦਿੱਤਾ ਕੁਝ ਨਹੀਂ, ਲਿਆ ਕੀ ਹੈ ਜੀ, ਉਹਦੇ ਬਾਰੇ ਦੇਖਦੇ ਹਾਂ। ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਜਾਂਦਾ, ਬਿਲਕੁਲ, ਫਿਰ ਬੰਦ ਕਰਕੇ ਫਿਰ ਦੁਬਾਰਾ ਖੋਲਿਆ ਜਾਂਦਾ ਜੀ, ਪ੍ਰਚਾਰ ਹੁੰਦਾ ਹੈ, ਭਾਜਪਾ ਵਾਲੇ ਜਾਂਦੇ ਨੇ, ਹਾਂਜੀ, ਨਵਜੋਤ ਸਿੰਘ ਸਿੱਧੂ ਨੂੰ ਰੋਕ ਲਿਆ ਜਾਂਦਾ ਹੈ, ਪਤਾ ਨਹੀਂ ਕਿਵੇਂ। ਵਾਹ ਕੀ ਬਾਤ। ਅੱਛਾ, ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਬਾਅਦ ਜੀ ਦੂਸਰਾ ਮੂਵ ਉਹਨਾਂ ਦਾ ਰਾਜਸੀ ਤੌਰ ਤੇ ਇਹੀ, ਇਹ ਤੇ ਦਿਨ ਵੇਖੋ ਚੁਣਿਆ, ਦਿਨ ਵੀ ਦੇਖ ਲਓ, ਗੁਰੂ ਨਾਨਕ ਜੀ ਦਾ ਜੀ, ਟਾਈਮ ਵੀ ਸਵੇਰ ਦਾ ਪਾਰ ਸੀ, ਹਾਂਜੀ, ਜਦੋਂ ਅਚਾਨਕ ਉਹ ਟੈਲੀਵਿਜ਼ਨ ਤੇ ਪ੍ਰਗਟ ਹੁੰਦੇ ਨੇ, ਅਚਨਚੇਤੀ ਫਿਰ ਉਹ ਸ਼ਾਟ ਖੇਡ ਦਿੰਦੇ ਨੇ। ਹੁਣ ਇਸ ਚੀਜ਼ ਨੂੰ ਤੁਸੀਂ ਯੂਪੀ ਦੇ ਇਲੈਕਸ਼ਨ ਨਾਲ ਜੋੜੋ, ਠੀਕ ਹੈ, ਦੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਸ਼ਾਨੇ ਫੰਡਣ ਦਾ ਯਤਨ ਹੈ ਜੀ। ਇੱਕ ਤਾਂ ਜਿਹੜੀ ਐਂਟੀ ਮਾਈਨੋਰਿਟੀ ਛਵੀ ਹੈ, ਵਾਹ ਕੀ ਬਾਤ, ਉਹਨੂੰ ਸੁਧਾਰਨ ਦਾ ਯਤਨ, ਠੀਕ ਹੈ, ਦੂਸਰਾ ਸਿੱਖੀ ਦੇ ਐਂਗਲ ਤੋਂ ਉਹਨੂੰ ਸਮਝਿਆ ਜਾ ਸਕਦਾ ਹੈ, ਐਂਟੀ ਫਾਰਮਰ ਛਵੀ ਜਿਹੜੀ ਹੈ ਉਹਨੂੰ ਸੁਧਾਰਨ ਦਾ ਯਤਨ, ਕਿ ਅਸੀਂ ਤਾਂ ਇਹਨਾਂ ਵਾਸਤੇ, ਇਹਨਾਂ ਦੀ ਜੂਨ ਸੁਧਾਰਨ ਵਾਸਤੇ ਕੰਮ ਕਰ ਰਹੇ ਸੀ, ਕਿਸਾਨ ਖਫਾ ਹੋ ਗਏ, ਕਿਸਾਨ ਸਾਡੇ ਨੇ, ਅਸੀਂ ਬੈਕਫੁੱਟ ਤੇ ਆ ਗਏ, ਕੀ ਫਰਕ ਪਿਆ? ਜੀ, ਵਾਹ ਕੀ, ਸਿੱਖਾਂ ਵਾਸਤੇ ਸਿੱਖਾਂ ਦਾ ਅੰਦੋਲਨ ਖੜਾ ਕੀਤਾ ਗਿਆ ਸੀ, ਕੋਈ ਗੱਲ ਨਹੀਂ, ਅਸੀਂ ਸਿੱਖਾਂ ਦਾ ਰਿਗਾਰਡ ਕਰਦੇ ਹਾਂ, ਸਿੱਖਾਂ ਲਈ ਅਸੀਂ ਕੀ ਕੀਤਾ? ਸੱਜਣ ਕੁਮਾਰ ਨੂੰ ਅੰਦਰ ਸੁੱਟਿਆ, SIT ਬਣਾਈ ਆ, ਬਲੈਕ ਲਿਸਟ ਦੇ ਵਿੱਚੋਂ ਨਾਂ ਹਟਾਏ ਆ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ ਦਿੱਤਾ, ਹੁਣ ਇਹਨਾਂ ਦਾ ਖੜਾ ਕੀਤਾ ਅੰਦੋਲਨ ਭਾਈ ਅਸੀਂ ਉਹਨਾਂ ਦੀ ਸਿਰ ਮੱਥੇ ਗੱਲ ਕਹਿ ਕੇ ਕਬੂਲ ਕਰਕੇ ਤੇ ਖਤਮ ਕਰਾ ਦਿੱਤਾ। ਔਰ ਇਹਦੇ ਨਾਲ ਕੀ ਹੈ ਕਿ ਇੱਕ ਚੀਜ਼ ਹੋਰ ਵੀ ਦੇਖੋਗੇ, ਇਹ ਨੈਰੇਟਿਵ ਜਿਹੜਾ ਬਿਲਟ ਹੋਏਗਾ ਕਿ ਮੋਦੀ ਝੁਕ ਰਿਹਾ ਹੈ ਜੀ, ਜੇ ਇਹ ਅੰਦੋਲਨ ਅੱਗੇ ਵੱਧਦਾ ਹੈ, ਹਾਂਜੀ, ਉਹ ਬਹੁਤ ਜਲਦੀ ਇਹਨੂੰ ਇਸ ਤਰੀਕੇ ਨਾਲ ਕਾਊਂਟਰ ਕਰਨਗੇ ਕਿ ਦਰਅਸਲ ਕਿਸਾਨ ਦੀਆਂ ਮੰਗਾਂ ਤਾਂ ਮੋਦੀ ਮੰਨ ਰਿਹਾ ਹੈ, ਹਾਂਜੀ, ਪਰ ਜਿਹੜੇ ਅਲਟਰਾ ਲੈਫਟਿਸਟ ਹੈ, ਜਿਨ੍ਹਾਂ ਨੂੰ ਕਥਿਤ ਤੌਰ ਤੇ ਕਹਿੰਦੇ ਨੇ ਪਹਿਲੇ ਦਿਨ ਤੋਂ ਕਹਿੰਦੇ ਨੇ ਕਿ ਉਹਨਾਂ ਦਾ ਇੱਕੋ ਇੱਕ ਏਜੰਡਾ ਹੈ ਕਿ ਉਹ ਇਹਨੂੰ ਵਧਾਉਣਾ ਚਾਹੁੰਦੇ ਨੇ, ਉਹਨਾਂ ਦਾ ਸਿਰਫ ਤੇ ਸਿਰਫ ਮੰਤਵ ਜਿਹੜਾ ਆ ਉਹ ਮੋਦੀ ਵਿਰੋਧ ਆ ਜੀ। ਸੋ ਰਾਜਨੀਤਿਕ ਤੌਰ ਤੇ ਉਹਨਾਂ ਨੇ ਯੂਪੀ ਨੂੰ ਜਿੱਤਣ ਵਾਸਤੇ, ਕਿਉਂਕਿ ਮੈਂ ਬਹੁਤ ਪਹਿਲਾਂ ਇਹ ਗੱਲ ਲਿਖੀ ਵੀ ਸੀ, ਕਹੀ ਵੀ ਸੀ ਕਿ ਯੂਪੀ ਹੀ ਇਸ ਗੇਮ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਰਨਿੰਗ ਪੁਆਇੰਟ ਆ। ਕਿਉਂ? ਕਿਉਂਕਿ ਯੂਪੀ ਚ ਹਾਰਨ ਦਾ ਮਤਲਬ ਇਹ ਹੈ ਕਿ 2024 ਵਾਸਤੇ ਵੀ ਉਹਨਾਂ ਦੀ ਹਾਰ ਜਿਹੜੀ ਆ ਉਹਦੀ ਇਬਾਰਤ ਲਿਖੀ ਜਾ ਸਕਦੀ ਆ ਜੀ ਜੀ, ਕਿਉਂਕਿ ਰਾਮ ਮੰਦਿਰ ਉਹ ਸਾਰੀ ਅਧੀਨ ਹੈ, ਬਿਲਕੁਲ, ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਹ 24 ਤੋਂ ਪਹਿਲਾਂ ਤੱਕ ਦਾ ਟੀਚਾ ਬਹੁਤ ਵੱਡਾ ਫੈਕਟਰ ਰਹੇਗਾ 2024 ਦੇ ਇਲੈਕਸ਼ਨ ਚ, ਕਿਉਂਕਿ ਜਜ਼ਬਾਤ ਜੁੜੇ ਆ ਨਾ, ਬਿਲਕੁਲ ਮੈਜੋਰਟੀ ਦੇ ਜਜ਼ਬਾਤ ਜੁੜੇ ਆ ਉਸ ਚੀਜ਼ ਦੇ ਨਾਲ। ਪਰ ਫਰਜ਼ ਕਰੋ ਸਰਕਾਰ ਬਦਲ ਜਾਂਦੀ ਆ, ਉਹ ਜ਼ਮੀਨੀ ਖਰੀਦ ਫਰੋਖਤ ਦੀ ਇਨਕੁਆਰੀ ਵੀ ਖੋਲ ਦਿੰਦੀ ਹੈ, ਜਿਹੜਾ ਕਿ ਆਪਾਂ ਪਿਛਲੇ ਦਿਨ ਹੀ ਕਥਿਤ ਘਪਲਾ ਦੇਖਿਆ ਸੀ, ਤਾਂ ਦੇਖੋ ਫਿਰ ਕੀ ਕੁਛ। ਸੋ ਆਹ ਚੀਜ਼ਾਂ ਵੀ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਕਿ ਜਿਹੜੇ ਵਿਸ਼ਲੇਸ਼ਣ ਹੋ ਸਕਦੀਆਂ ਜੀ। ਬਿਲਕੁਲ ਮਿੰਟੂ ਜੀ, ਤੁਸੀਂ MSP ਦਾ ਜ਼ਿਕਰ ਕੀਤਾ, ਪਰ ਚੰਗੀ ਗੱਲ ਇਹ ਹੈ ਕਿ ਆਪਾਂ ਜਜ਼ਬਾਤਾਂ ਤੋਂ ਪਰੇ ਹਟ ਕੇ ਹਕੀਕਤਾਂ ਤੇ ਚਰਚਾ ਕਰ ਰਹੇ ਹਾਂ। ਕਿਸਾਨ ਆਗੂਆਂ ਦਾ ਕੀ ਮੂਵ ਰਹੇਗਾ, MSP ਬਾਰੇ ਸਰਕਾਰ ਕੀ ਸੋਚ ਸਕਦੀ ਹੈ? ਕਿਉਂਕਿ ਰਕੇਸ਼ ਟਕੈਤ ਕਹਿੰਦੇ ਹਲੇ ਵਾਪਸ ਨਹੀਂ ਹੋਊਗਾ, ਜਿੱਦੇ ਬਕਾਇਦਾ ਤੌਰ ਤੇ ਸੈਸ਼ਨ ਬੁਲਾ ਕੇ ਰੱਦ ਹੋਏ ਉਹਦੇ ਦੇਖਾਂਗੇ। ਨਹੀਂ, ਸੈਸ਼ਨ ਤਾਂ ਆਇਆ ਪਿਆ ਨਾ, ਜੇ ਤੁਸੀਂ ਦੇਖੋਗੇ ਟਰੈਕਟਰ ਟਰਾਲੀਆਂ ਕੱਢਣ ਤੇ ਹੀ 10 ਦਿਨ ਲੱਗ ਜਾਣੇ ਨੇ, ਉੱਥੋਂ ਆਪਣੇ ਮੋਰਚੇ ਪੱਟਣ ਤੇ 5-7 ਦਿਨ ਦਾ ਟਾਈਮ ਲੱਗ ਜਾਏਗਾ ਜੀ ਜੀ, ਉਦੋਂ ਤੱਕ ਤੇ ਸੈਸ਼ਨ ਸ਼ੁਰੂ ਹੋ ਜਾਣਾ, ਉਹ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਠੀਕ ਹੈ, ਗੱਲ ਜਿਹੜੀ ਤੁਸੀਂ MSP ਦੀ ਕਹਿ ਰਹੇ ਹੋ ਨਾ, ਮੈਂ ਪਹਿਲਾਂ ਹੀ ਕਿਹਾ ਕਿ ਦੂਜੇ ਮੁੱਦੇ ਉਹਨਾਂ ਵਾਸਤੇ ਕੁਝ ਵੀ ਨਹੀਂ ਹੈ, ਕਿਉਂਕਿ ਉਹ ਪਹਿਲਾਂ ਹੀ ਉਹੀ ਸੀਗੇ ਜਿਹੜੇ ਹੁਣ ਰਹਿਣੇ ਨੇ ਜੀ। ਗੱਲ MSP ਤੇ ਆ। MSP ਦੇਣ ਦਾ ਮਤਲਬ ਕੀ ਹੈ ਜੀ? ਗਰੰਟੀ ਉਹ ਤਦ ਨਿਤਾਜ ਵੀ ਐਲਾਨ ਸਕਦੇ ਸੀ, ਗਰੰਟੀ ਤਾਂ ਤੁਸੀਂ ਸੋਚੋ ਨਾ, ਗਰੰਟੀ ਐਲਾਨਣ ਚ ਕੀ ਦਿੱਕਤ ਸੀ? ਬਹੁਤ ਵੱਡਾ ਤੋਹਫਾ ਦੇ ਸਕਦੇ ਸਨ, ਹਾਂਜੀ, ਪਰ ਨਹੀਂ। ਉਹਦੇ ਵਾਸਤੇ ਇੱਕ ਤੇ ਇਹ ਆ ਕਿ ਰਕਮ ਬਹੁਤ ਵੱਡੀ ਚਾਹੀਦੀ ਹੈ, ਮਿਨੀਮਮ ਤੁਹਾਡੇ ਝੋਲੇ ਚ ਤਕਰੀਬਨ 16-17 ਲੱਖ ਕਰੋੜ ਰੁਪਈਆ ਚਾਹੀਦਾ। ਹਾਂਜੀ, ਤੁਸੀਂ ਜ਼ਿਕਰ ਕੀਤਾ ਸੀ, ਕਿਉਂਕਿ ਸਾਰੀਆਂ ਫਸਲਾਂ ਤੇ ਦੇਣਾ ਪਏਗਾ ਨਾ ਤੁਹਾਨੂੰ। ਦੂਜਾ ਕਿ ਬਾਜ਼ਾਰ ਦੀਆਂ ਵੀ ਆਪਣੀਆਂ ਜ਼ਰੂਰਤਾਂ ਹੁੰਦੀਆਂ ਨੇ ਜੀ, ਕਈ ਵਾਰ ਫਿਰ ਉਹਦਾ ਤਵਾਜ਼ਨ ਵੀ ਵਿਗੜਨ ਦਾ ਖਤਰਾ ਹੁੰਦਾ। ਤੀਜਾ ਸਭ ਤੋਂ ਵੱਡਾ ਜਿਹੜਾ ਹਾਂਜੀ ਕਹਿ ਲਓ ਕਿ ਇਹਦੇ ਵਿੱਚ ਪੇਚ ਹੈ, ਉਹ ਹੈ WTO। ਅੱਛਾ, WTO ਦੇ ਤਹਿਤ ਹੀ ਤਾਂ, ਉਸ ਸਮਝੌਤੇ ਦੇ ਤਹਿਤ ਹੀ ਤਾਂ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ।
ਕਿਉਂਕਿ ਉਹਦੇ 'ਚ ਸਬਸਿਡੀਆਂ ਖਤਮ ਕਰਕੇ ਓਪਨ ਮਾਰਕੀਟ, ਮਤਲਬ ਕਿ ਸਾਰਿਆਂ ਵਾਸਤੇ ਇੱਕਸਾਰ ਮੌਕਾ। ਹਾਂਜੀ, ਇਹੀ ਤਾਂ ਸਮਝੌਤੇ ਦਾ ਮੌਜੂ ਹੈ ਨਾ ਉਹਦਾ। ਜੀ ਜੀ। ਤਾਂ ਤੁਸੀਂ WTO ਦਾ ਸਮਝੌਤਾ ਕਰਕੇ ਇਹ ਸਾਰਾ ਕੁਝ ਹੈ ਜਿਹੜਾ ਇੱਕ ਨਿਸ਼ਚਿਤ ਸਮੇਂ ਵਾਸਤੇ ਕਰ ਗਏ ਹੋ, ਉਹਨੂੰ ਘਟਾਣਾ ਤੁਸੀਂ ਸਟਾਰਟ ਕਰ ਦਿੱਤਾ। ਚਾਹੇ ਬਿਜਲੀ ਸਬਸਿਡੀ ਆ ਉਹਦੇ ਵਾਸਤੇ ਹੀ ਲਿਆ ਜਾ ਰਿਹਾ ਸੀਗਾ ਨਾ, ਚਾਹੇ ਤੁਸੀਂ ਫਰਟੀਲਾਈਜ਼ਰ ਦੇਖ ਲਓ ਜੀ, ਉਹਦੇ ਵਿੱਚ ਵੀ ਸਬਸਿਡੀ ਵਾਲਾ ਆ ਗਿਆ ਨਾ, ਆ ਗਿਆ, ਬਿਲਕੁਲ ਆ ਗਿਆ। ਇੱਕ ਵਾਰੀ ਤਾਂ ਇਹਨਾਂ ਨੇ ਵਧਾ ਦਿੱਤੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਉਹ ਕੱਟ ਕਰਦੀ ਜਾਣੇ ਆ। ਜਿਵੇਂ ਤੁਹਾਡੇ ਰਸੋਈ ਗੈਸ ਦੀ ਜਿਹੜੀ ਸੀਗੀ 250-300 ਰੁਪਏ, ਹੌਲੀ ਹੌਲੀ ਉਹਨਾਂ ਨੇ ਮਨਫੀ ਕਰ ਦਿੱਤੀ ਤਕਰੀਬਨ, ਬਿਲਕੁਲ ਉਹਨਾਂ ਨੇ ਕਹ ਲੋ ਕਿ 2-4 ਰੁਪਏ ਤੇ 20 ਰੁਪਏ ਤੇ ਲੈ ਆਉਂਦੀ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹਦੇ ਵਿੱਚ ਸਾਫ਼ ਤੌਰ ਤੇ ਜਿਹੜੇ ਕਲਾਉਜ਼ ਨੇ ਖੇਤੀ ਸਮਝੌਤੇ ਨਾਲ ਜੁੜੇ, ਉਹਦੇ ਵਿੱਚ ਇਹੀ ਹੈ ਕਿ ਤੁਸੀਂ ਕਿਸਾਨਾਂ ਨੂੰ ਸਬਸਿਡਾਈਜ਼ ਨਹੀਂ ਕਰ ਰਹੇ ਜਾਂ ਨਹੀਂ ਕਰੋਗੇ ਆਉਣ ਵਾਲੇ ਸਮੇਂ 'ਚ। ਜੀ ਜੀ। ਜਾਂ ਤਾਂ ਤੁਹਾਨੂੰ ਉਹ ਸਮਝੌਤਾ ਛੱਡਣਾ ਪਊ, ਠੀਕ ਹੈ। ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਾਈਨਾ, US, ਬ੍ਰਾਜ਼ੀਲ, ਕੈਨੇਡਾ, ਉਹਨਾਂ ਸਾਰਿਆਂ ਨਾਲ ਟੱਕਰ ਲੈਣੀ ਪਊ। ਖੇਤੀ ਦੇ ਮਾਮਲੇ 'ਚ ਤਾਂ ਤੁਸੀਂ ਲੈ ਸਕਦੇ ਹੋ ਜੀ ਜੀ, ਪਰ ਦੂਸਰੇ ਟ੍ਰੇਡ ਦੇ ਵਿੱਚ ਕੀ ਬਣੇਗਾ? ਬਿਲਕੁਲ ਤੇ ਸੈਂਕਸ਼ਨ ਵੀ ਲੱਗ ਸਕਦੇ ਨੇ ਜੀ। ਸੋ ਇਹ ਆ ਇਹਨਾਂ ਦਾ ਪੇਚ ਅਸਲੀ, ਕਿ ਚਲੋ 15-16 ਲੱਖ ਕਰੋੜ ਨਹੀਂ, 8-10 ਲੱਖ ਕਰੋੜ ਰੱਖ ਕੇ, ਜਿਵੇਂ ਤੁਸੀਂ ਆ ਦੇਖੋਗੇ ਹਾਂਜੀ ਮੌਜੂਦਾ MSP ਹੈ ਜਿਹੜੀ, ਉਹਦੇ 'ਚ ਇਹ 2.5 ਲੱਖ ਕਰੋੜ ਰੁਪਈਆ ਖਰਚ ਕਰਦੇ ਨੇ। ਠੀਕ ਹੈ, ਮੌਜੂਦਾ MSP ਦੇ ਵਿੱਚ 2.5 ਲੱਖ ਕਰੋੜ ਰੁਪਈਆ ਜਾਂਦਾ ਇਹਨਾਂ ਦਾ। ਪਰੰਤੂ ਤੁਸੀਂ ਦੇਖੋਗੇ ਕਿ ਪਿਛਲੇ ਸਾਲ ਹੀ ਇਹਨਾਂ ਨੇ 2.25 ਲੱਖ ਕਰੋੜ ਦਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਮਾਇਆ ਵੱਟਿਆ ਵਾ ਖੇਤੀ ਪ੍ਰੋਡਕਟ ਵੇਚ ਕੇ ਜੀ, ਕਿਉਂਕਿ ਕੋਵਿਡ ਕਰਕੇ ਇੰਡੀਆ ਦੀ ਚੜ੍ਹਤ ਸੀਗੀ ਇਸ ਮਾਮਲੇ 'ਚ, ਕਿਉਂਕਿ ਸਾਡੇ ਜਿਹੜੀ ਖੇਤੀ ਵਿਕਾਸ ਦਰ ਸੀ ਤੁਹਾਨੂੰ ਪਤਾ ਉਹ ਪੋਜ਼ਿਟਿਵ ਰਹੀ ਹੈ ਜੀ। ਸਾਡੀ ਜਿਹੜੀ ਇੱਥੋਂ ਦੀ ਪੈਦਾਵਾਰ ਸੀਗੀ ਉਹ ਮਰੀ ਨਹੀਂ ਹੈ ਕੋਵਿਡ ਦੇ ਦੌਰਾਨ, ਬਹੁਤ ਸਾਰੇ ਮੁਲਕਾਂ ਦੇ ਵਿੱਚ ਪ੍ਰਭਾਵਿਤ ਹੋ ਗਈ। ਕਲਾਈਮੇਟ ਚੇਂਜ ਦੂਸਰਾ ਫੈਕਟ ਹੈ ਉਸ ਮਾਮਲੇ ਦੇ ਵਿੱਚ। ਸੋ ਇਸ ਕਰਕੇ MSP ਦੀ ਇਹ ਗਰੰਟੀ ਦੇ ਨਹੀਂ ਰਹੇ। ਇੱਕ ਤਾਂ ਪੈਸਾ, ਦੂਸਰਾ WTO ਦੇ ਵਿੱਚ ਅੜ ਜਾਣਗੇ, ਜਾਂ ਤਾਂ ਬਾਹਰ ਆਓ ਜੀ, ਜਾਂ ਤਾਂ ਬਾਹਰ ਆਓ। ਪਰ ਗੱਲ ਤੇ ਉਹੀ ਹੈ ਕਿ ਇੱਕ ਪਾਸੇ ਰਾਜਨੀਤਿਕ ਚਾਲਬਾਜ਼ੀ, ਰਾਜਨੀਤਿਕ ਚਾਲਬਾਜ਼ੀ, ਦੂਸਰੇ ਪਾਸੇ ਆਰਥਿਕਤਾ ਦੀ ਲੜਾਈ ਹੈ। ਅਰੇ ਵਾਹ, ਕੀ ਇਹਨਾਂ ਨੂੰ ਇੱਥੇ ਹੀ ਛੱਡ ਦੋਗੇ ਕਿਸਾਨਾਂ ਨੂੰ? ਇਹ ਕਿਸਾਨ ਆਗੂਆਂ ਸਾਹਮਣੇ ਵੀ ਬੜਾ ਵੱਡਾ ਚੈਲੰਜ ਬਣ ਜਾ ਰਿਹਾ ਹੈ। ਜਾਂ ਤਾਂ ਇਹ ਹੋਏਗਾ ਕਿ ਉਹ, ਹੁਣ ਦੇਖੋ ਕੀ ਹੋਏਗਾ ਮੈਨੂੰ ਪਤਾ ਨਹੀਂ ਹੈ ਜੀ, ਅੱਜ ਦਾ ਦਿਨ ਵੈਸੇ ਜਸ਼ਨਾਂ ਦਾ ਦਿਨ ਹੈ, ਮੈਂ ਜ਼ਿਆਦਾ ਨੈਗੇਟਿਵ ਨਹੀਂ ਜਾਣਾ ਚਾਹੁੰਦਾ। ਹਾਂਜੀ ਹਾਂਜੀ, ਸਥਿਰਤਾ 'ਚ ਚੀਜ਼ਾਂ ਬਿਲਕੁਲ ਇਹਨਾਂ ਆਗੂਆਂ ਨੇ ਹੁਣ ਤੱਕ ਰੋਲ ਬਹੁਤ ਵਧੀਆ ਅਦਾ ਕੀਤਾ। ਹਮੇਸ਼ਾ ਆਪਾਂ ਸਵਾਲ ਵੀ ਚੁੱਕੇ, ਪਰ ਇਹਨਾਂ ਨੂੰ ਪ੍ਰੇਜ਼ ਵੀ ਕੀਤਾ ਹੈ, ਇਹਨਾਂ ਦੀ ਡੈਡੀਕੇਸ਼ਨ ਨੂੰ। ਬਿਲਕੁਲ। ਪਰੰਤੂ ਹੁਣ ਪ੍ਰਵੀਨ ਜੀ ਗੱਲ ਇਹ ਆ ਕਿ ਜਾਂ ਤਾਂ ਉਹ ਇੱਕ ਕਮੇਟੀ ਬਣਾ ਦੇਣਗੇ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ, ਠੀਕ ਹੈ, ਕਮੇਟੀ ਜਿਹੜੀ ਆ ਸਾਲ 1.5 ਸਾਲ ਕੰਮ ਕਰੇਗੀ ਪੂਰੇ ਮੁਲਕ 'ਚ, ਜਦ ਤੱਕ ਇਹ ਕਹਿਣਗੇ ਕਿ ਅਸੀਂ ਕੰਸੀਡ ਕਰਦੇ ਹਾਂ, ਚਲੋ ਕੋਈ ਗੱਲ ਨਹੀਂ ਹੈ, ਠੀਕ ਹੈ। ਪਰੰਤੂ ਇਹ ਹੈ ਕਿ 2024 ਆ ਗਿਆ, ਹੁਣ ਤੁਸੀਂ ਸਾਡੀ ਸਰਕਾਰ ਬਣਾ ਦਿਓ ਤਗੜੇ ਹੋ ਕੇ, ਆਪਾਂ ਅਗਲੀ ਸਰਕਾਰ 'ਚ ਆ ਕੇ ਇਹਨੂੰ ਜੀ ਐਗਜ਼ੀਕਿਊਟ ਕਰ ਦੇਵਾਂਗੇ, ਇੰਪਲੀਮੈਂਟੇਸ਼ਨ ਕਰ ਦੇਵਾਂਗੇ ਇਹਦਾ। ਸਮਝਦੇ ਹੋ ਨਾ? ਉਹ ਤੇ ਫਿਰ ਵੋਟ ਬੈਂਕ, ਹਾਂਜੀ, ਉਹ ਮਤਲਬ ਕਿ ਫੇਰ ਘੇਰ ਲੈਣਗੇ ਉਹ। ਤਾਂ ਅੰਤਰਦਵੰਦ ਜਿਹੜਾ ਆ ਉਹ ਕਿਸਾਨਾਂ 'ਚ ਪੈਦਾ ਕੀਤਾ ਜਾਏਗਾ। ਅਰੇ ਵਾਹ, ਕੀ ਬਾਤ ਹੈ। ਪੰਜਾਬ ਹਰਿਆਣੇ ਦਾ ਕਿਸਾਨ ਥੋੜਾ ਬੇਚੈਨ ਵੀ ਹੋ ਸਕਦਾ ਕਿ ਯਾਰ ਸਾਡੀ MSP ਤਾਂ ਸੁਰੱਖਿਅਤ ਰਹਿ ਗਈ ਜੀ, ਤੇ ਜਿਹੜਾ 94% ਸਾਡੇ ਲਈ ਖਲੋਤਾ ਹੀ ਨਹੀਂ, ਮਤਲਬ ਕਿ 94 ਚ ਕਹਿ ਲਓ ਓਪਨ ਮਾਰਕੀਟ ਵਾਲਾ ਜਿਹੜਾ ਕਿਸਾਨ ਆ ਜਿਹਨੂੰ MSP ਨਹੀਂ ਮਿਲਦੀ, ਉਹਦੇ ਚੋਂ ਲਾ ਲਓ 4% ਆਇਆ ਵੀ ਹੋਊਗਾ ਨਾਲ, ਉਹ ਇਹ ਵੀ ਸਵਾਲ ਪੈਦਾ ਕਰ ਸਕਦੇ ਆ ਨਾ, ਜਾਂ ਹੋ ਸਕਦਾ ਆ ਕਿ 90% ਤਾਂ ਸਾਡੇ ਨਾਲ ਖਲੋਤਾ ਹੀ ਨਹੀਂ, ਅਸੀਂ 90% ਵਾਸਤੇ ਕਿਉਂ ਭਾਈ ਆਪਦਾ ਇੰਨਾ ਅਸੀਂ ਆਪਣਾ ਜੀਵ ਹੀ ਮਰਵਾ ਲਿਆ। ਤੁਸੀਂ ਇੰਡੀਆ ਦੇ ਵਿੱਚੋਂ ਆਪਾਂ ਕਹਿੰਦੇ ਤੇ ਆ ਕਿ ਪੰਜਾਬ ਨੇ ਅੰਦੋਲਨ ਖੜਾ ਕੀਤਾ, ਪੰਜਾਬ ਨੇ ਕੀਮਤ ਪਤਾ ਕੀ ਅਦਾ ਕੀਤੀ? ਬਹੁਤ ਵੱਡੀ ਬੰਦੇ ਮਰਵਾਏ ਜੀ, ਬੀਬੀਆਂ ਤੱਕ ਵਿਚਾਰੀਆਂ ਉੱਥੇ ਬੈਠੀਆਂ ਨੇ, ਬੱਚੇ ਤੱਕ ਉੱਥੇ ਬੈਠੇ ਨੇ ਜੀ ਜੀ। ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੀ ਇਨਵੈਸਟਮੈਂਟ ਇੱਕ ਤਰ੍ਹਾਂ ਨਾਲ ਕਹਿ ਲਓ ਜ਼ੀਰੋ ਹੋਈ ਪਈ ਹੈ, ਕੋਈ ਇਨਵੈਸਟਰ ਨਹੀਂ ਆ ਰਿਹਾ। ਚੰਨੀ ਸਾਹਿਬ ਹੋਰੀ ਹਾੜੇ ਕੱਢ ਰਹੇ ਨੇ, ਸਮਝਦੇ ਹੋ ਨਾ? ਸਾਡਾ ਹੌਜਰੀ ਦਾ ਕਾਰੋਬਾਰੀ ਜਿਹਦੀ ਬਾਹਰਲੇ ਮੁਲਕਾਂ ਤੱਕ ਸਪਲਾਈ ਸੀ, ਉਹਦਾ ਕੰਮ ਤੱਕ ਪ੍ਰਭਾਵਿਤ ਹੋਇਆ ਹੋਇਆ। ਬਿਲਕੁਲ ਹੋਇਆ। ਜਿਹੜੇ ਵੱਡੇ ਕੰਟਰੈਕਟ ਆ ਜਾਂ ਪੱਕੇ ਕੰਟਰੈਕਟ ਆ ਉੱਥੇ ਚੱਲਦੇ ਨੇ ਜੀ, ਬਾਕੀ ਛੋਟੇ ਮੋਟੇ ਵਪਾਰੀ ਅਗਲਾ ਕਹਿੰਦਾ ਕਿ ਯਾਰ ਉੱਥੇ ਫਸਾ ਕੇ ਬਹਿ ਜਾਾਂਗੇ। ਸੋ ਅਸੀਂ ਬਹੁਤ ਵੱਡਾ ਨੁਕਸਾਨ ਚੱਲਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ MSP ਤਾਂ ਹੀ ਉਹ ਕਹਿ ਰਹੇ ਨੇ, ਟਕੈਤ ਸਾਹਿਬ ਤਾਂ ਹੀ ਕਹਿ ਰਹੇ ਨੇ ਕਿਸਾਨ ਆਗੂ ਕਿ ਹਾਲੇ ਅਸੀਂ ਉੱਠਾਂਗੇ ਨਹੀਂ, ਕਿਉਂਕਿ ਉਹ ਤਾਂ ਮਸਲਾ ਫਿਰ ਉੱਥੇ ਦਾ ਉੱਥੇ ਹੀ ਰਹਿ ਜਾਏਗਾ ਨਾ ਕਿ ਪੰਜਾਬ ਤੇ ਹਰਿਆਣਾ ਤਾਂ ਚਲੇ ਗਏ ਕੰਮ ਕਰਕੇ। ਤਾਂ ਇਹ ਕਿਸਾਨੀ ਦੀ ਲੜਾਈ ਨਹੀਂ ਸੀ, ਅਸਲ ਦੇ ਵਿੱਚ ਤਾਂ ਲੜਾਈ ਜਿਹੜੀ ਸੀ ਇਹਨਾਂ ਦੀ ਸੀਗੀ।
ਮਤਲਬ ਕਿ narrative ਮਫਾਦ ਤੇ ਦੀ ਕੰਮ ਲੜਾਈ ਕਰਨਾ ਸੀ। ਫਿਰ। ਹਾਂਜੀ, ਸੋ ਇਸ ਕਰਕੇ ਹੀ ਉਹ ਕਹਿ ਰਹੇ ਨੇ ਕਿ ਅਸੀਂ ਪੂਰੇ ਦੇਸ਼ ਨੂੰ ਹੀ ਆਪਣੇ ਕਲਾਵੇ 'ਚ ਲੈ ਲਈਏ, ਜੀ ਜਿਹੜੇ ਆਗੂ ਹੈ, ਕਿ ਪੂਰੇ ਦੇਸ਼ ਦੀ ਲੜਾਈ ਬਣਾ ਦਈਏ, ਤਾਂ ਕਿ ਉਹਦੇ 'ਚ 100 ਤਾਂ ਨਹੀਂ, ਘੱਟੋ ਘੱਟ 60-70 ਪੈਸੇ ਅਸੀਂ ਲੈ ਡਈਏ। ਅੱਛਾ ਜੀ ਜੀ, ਵਾਹ ਕੀ ਬਾਤ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਲਗਾਤਾਰ ਕਰ ਰਹੇ ਹਾਂ। ਬੇਸ਼ੱਕ ਅਸੀਂ ਸ਼ੁਰੂ ਦੇ ਵਿੱਚ ਹੀ ਕਿਹਾ ਸੀ ਜਜ਼ਬਾਤੀ ਤੌਰ ਤੇ ਇਹ ਬਹੁਤ ਵੱਡੀ ਪ੍ਰਾਪਤੀ ਹੈ, ਪਰ ਇਹਦੀ ਸਮੀਖਿਆ ਕਰਨੀ ਬਣਦੀ ਹੈ। ਹੁਣ ਤੱਕ ਧਾਰਮਿਕ ਤੇ ਰਾਜਨੀਤਿਕ ਲਿਹਾਜ਼ ਤੋਂ ਇਹਨਾਂ ਚੀਜ਼ਾਂ ਨੂੰ ਦੇਖਿਆ। ਮਿੰਟੂ ਜੀ, ਇਹ ਗੱਲ ਇਸ ਤੇ ਵੀ ਕੀ ਚਰਚਾ ਹੋ ਸਕਦੀ ਹੈ ਕਿ ਕੇਂਦਰ ਨੇ ਆਪਦੇ ਮਫਾਦ ਵੇਖ ਲਏ। ਕਿਸਾਨੀ ਦੀ ਜਿੱਤ ਬੇਸ਼ੱਕ ਹੈਗੀ ਹੈ, ਅਸੀਂ ਉਸ ਚੀਜ਼ ਲਈ ਲੜੇ ਜਿਹੜੀ ਸਾਡੇ ਲਈ ਮਾਰੂ ਸੀ, ਪਰ ਇਹਦੇ ਲਈ ਕੇਂਦਰ ਕੀ ਪਰ ਫਾਇਦਾ? ਤੁਹਾਡੇ ਕੋਲ ਆਇਆ ਕੀ ਹੈ, ਠੀਕ ਇਹ ਹੈ ਸੋਚਣਾ ਪਏਗਾ ਨਾ ਜੀ। ਕਿ ਮੈਂ ਤਾਂ ਕੇਂਦਰ ਦਾ ਤਾਂ ਦੱਸ ਦਿੱਤਾ ਤੁਹਾਨੂੰ ਕਿ ਉਹ ਤਾਂ ਰਾਜਨੀਤਿਕ ਬੰਦੇ ਆ, ਜਿੱਥੇ ਫਾਇਦਾ ਮਿਲਿਆ ਇਹ ਤਾਂ ਉਹ ਨੇ ਕਿ ਜਿਵੇਂ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਜੁੱਤੇ ਦੇ ਵਿੱਚ ਬੀਅਰ ਪੀਤੀ ਆ, ਹਾਂਜੀ ਹਾਂਜੀ, ਇਹ ਤਾਂ ਜੁੱਤੀ ਦੇ ਵਿੱਚ ਲੋਕਾਂ ਦਾ ਪਿਸ਼ਾਬ ਵੀ ਪੀ ਸਕਦੇ ਲੋੜ ਵੇਲੇ, ਕੁਝ ਵੀ ਕਰ ਸਕਦੇ ਨੇ। ਲੀਡਰ ਦਾ ਕੀ ਹੈ ਜੀ, ਲੀਡਰ ਦਾ ਕੀ ਹੈ? ਮੈਂ ਇੱਕ ਦਾ ਨਹੀਂ ਗੱਲ ਕਰਦਾ, ਇਹ ਤਾਂ ਹੈ ਹੀ ਜ਼ਰੂਰਤਾਂ ਦੀ, ਕਹਿ ਲੋ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਖੇਮ ਹੈ ਜੀ ਜੀ, ਜੋ ਜੀ ਤੁਹਾਡੀ ਜ਼ਰੂਰਤ ਉਹੋ ਜਿਹਾ ਐਲਾਨ, ਉਹੋ ਜਿਹਾ ਅਮਲ। ਇਹ ਤਾਂ ਹੈ ਬਿਲਕੁਲ। ਪਰ ਕਿਸਾਨ ਨੂੰ ਤਾਂ ਸਭ ਤੋਂ ਵੱਡੀ ਮਾਰ ਜਿਹੜੀ ਪੈਂਦੀ ਆ ਨਾ, ਜੀ, ਤੁਸੀਂ ਵੇਖੋ 1 ਸਾਲ ਦੇ ਵਿੱਚ ਡੀਜ਼ਲ ਜਿਹੜਾ ਆ ਹਾਂਜੀ, ਉਹ ਵੱਧ ਜਾਂਦਾ ਹੈ 35-40 ਰੁਪਏ, ਬਿਲਕੁਲ ਬਿਲਕੁਲ। ਔਰ ਜੋ ਉਹਦੀ MSP ਦਾ ਵਾਧਾ ਹੁੰਦਾ ਹੈ ਉਹ ਕਿਸੇ ਫਸਲ ਦੇ ਵਿੱਚ 2.5% ਹੁੰਦਾ, ਕਿਸੇ ਦੇ ਵਿੱਚ 4% ਹੁੰਦਾ। ਮਸਾਂ ਫਿਰ ਉਹ ਇੱਕ ਜਿਹੜਾ ਫਰਕ ਵੱਧਦਾ ਜਾ ਰਿਹਾ ਹੈ, ਉਹ ਆਰਥਿਕ ਪਾੜਾ ਜਿਹੜਾ ਕਿ ਉਹਦੀ ਲਾਗਤ ਵੱਧ ਰਹੀ ਹੈ ਜੀ, ਉਹਦਾ ਮੁਨਾਫਾ ਘਟ ਰਿਹਾ ਹੈ। ਜਦ ਤੱਕ ਇਹਦੇ ਵਿੱਚ ਇੱਕ ਤਵਾਜ਼ਨ ਨਹੀਂ ਬਣਦਾ, ਜੀ, ਜਦ ਤੱਕ ਇਹਦੇ ਵਿੱਚ ਜਿਹੜਾ ਲਾਗਤ ਬਿਲਕੁਲ ਘਟ ਕੇ ਮੁਨਾਫਾ ਨਹੀਂ ਵੱਧ ਹੁੰਦਾ, ਉਦੋਂ ਤੱਕ ਉਹਦੀ ਜ਼ਿੰਦਗੀ 'ਚ ਪ੍ਰੋਸਪੈਰਿਟੀ ਤਾਂ ਤੁਸੀਂ ਦੂਰ ਦੀ ਗੱਲ ਹੈ, ਸਮਰਿੱਧੀ ਤਾਂ ਦੂਰ ਦੀ ਗੱਲ ਆ, ਕਿ ਉਹਦੀ ਜ਼ਿੰਦਗੀ 'ਚ ਭਰੋਸਾ ਵੀ ਨਹੀਂ ਆਏਗਾ ਕਿ ਮੈਂ ਯਾਰ ਚੰਗੀ ਤਰ੍ਹਾਂ ਜੀ ਵੀ ਸਕਦਾ। ਬਿਲਕੁਲ। ਕਰਜ਼ੇ ਦਾ ਮੁੱਦਾ ਜੀ, ਉਹਦੀ ਸੋਸ਼ਲ ਸਿਕਿਉਰਿਟੀ ਦਾ ਮੁੱਦਾ ਹੈ, ਉਹਦੇ ਬੱਚਿਆਂ ਦੀ ਐਜੂਕੇਸ਼ਨ ਦਾ ਮਸਲਾ ਹੈ, ਜੀ, ਕਿਉਂਕਿ ਐਜੂਕੇਸ਼ਨ ਬੜੀ ਮਹਿੰਗੀ ਹੋ ਰਹੀ ਹੈ, ਹੈਲਥ ਟ੍ਰੀਟਮੈਂਟ, ਹਾਂਜੀ ਹੈਲਥ ਦਾ ਮਾਮਲਾ ਬਹੁਤ ਮਹਿੰਗਾ ਪੈਂਦਾ ਹੈ ਜੀ ਕਿਸਾਨ ਨੂੰ। ਸੋ ਇਸ ਕਰਕੇ ਕਹਿ ਲਓ ਕਿਸਾਨ ਦੀ ਜਿਹੜੀ ਆਰਥਿਕਤਾ ਦੀ ਲੜਾਈ ਹੈ ਉਹ ਖਤਮ ਨਹੀਂ ਹੋਏਗੀ, ਬਿਲਕੁਲ। ਨਾ ਹੀ ਸੁਸਾਈਡ ਦਾ ਸਿਲਸਿਲਾ ਬੰਦ ਹੋਏਗਾ, ਕਿਉਂਕਿ ਉਹ ਜੁੜਿਆ ਵਾ ਤੁਹਾਡੇ ਆਰਥਿਕ ਚੱਕਰ ਦੇ ਨਾਲ, ਪਾਲਿਸੀਜ਼ ਦੇ ਨਾਲ ਤੁਹਾਡੇ। ਹਾਂਜੀ ਹਾਂਜੀ, ਬਿਲਕੁਲ। ਤੁਹਾਡਾ ਆਰਥਿਕ ਚੱਕਰ ਕਿਹੋ ਜਿਹਾ ਹੈ। ਸੋ ਇਸ ਕਰਕੇ, ਕਿਉਂਕਿ ਵੈਸੇ ਵੀ ਤੁਸੀਂ ਦੇਖੋਗੇ ਇੰਡੀਆ ਦੀ ਇਕਨੋਮੀ ਦਾ ਇੱਕ ਫੈਕਟਰ ਇਹ ਆ ਕਿ ਜਿਹੜੀ ਸਾਡੀ ਕੰਜ਼ਿਊਮ ਪਾਵਰ ਹੈ ਆਮ ਬੰਦੇ ਦੀ, ਉਹ ਘਟ ਗਈ ਕੋਵਿਡ ਕਰਕੇ ਜਾਂ ਇਹਨਾਂ ਦੀਆਂ ਨੀਤੀਆਂ ਕਰਕੇ, ਨੋਟਬੰਦੀ ਵਗੈਰਾ ਕਰਕੇ। ਠੀਕ ਹੈ, ਤਾਂ ਅਸੀਂ ਕੰਜ਼ਿਊਮ ਬਹੁਤ ਘੱਟ ਕਰ ਰਹੇ ਹਾਂ, ਅਸੀਂ ਖਰਚ ਬਹੁਤ ਘੱਟ ਕਰ ਰਹੇ ਹਾਂ। ਹੁਣ ਜਦ ਖਰਚ ਘਟ ਜਾਏਗਾ ਤਾਂ ਫਿਰ ਡਿਮਾਂਡ ਘਟੇਗੀ, ਡਿਮਾਂਡ ਘਟ ਜਾਏਗੀ ਤਾਂ ਤੁਹਾਡੀ ਪ੍ਰੋਡਕਸ਼ਨ ਘਟ ਜਾਏਗੀ, ਮੈਨੂਫੈਕਚਰਿੰਗ ਘਟ ਜਾਏਗੀ। ਜੀ ਜੀ, ਇਸ ਤਰ੍ਹਾਂ ਆਰਥਿਕਤਾ ਸਲੋ ਹੁੰਦੀ ਹੈ, ਬਿਲਕੁਲ ਸਹੀ ਹੈ, ਬਿਲਕੁਲ। ਇਹ ਆਰਥਿਕ ਚੱਕਰ ਨੂੰ ਜਦ ਤੱਕ ਤੁਸੀਂ ਨਹੀਂ ਸਮਝੋਗੇ, ਤੁਸੀਂ ਜੋ ਮਰਜ਼ੀ ਕਰੀ ਜਾਓ। ਮੈਂ ਵੀ ਇੱਥੇ ਤੇ ਲਲਕਾਰੇ ਮਰਵਾ ਦਿੰਦਾ, ਉਹ ਧੱਕਤਾ ਯਾਰ, ਉਹ ਅਸੀਂ ਐ ਕਰ ਦਿੱਤਾ, ਐ ਕਰ ਦਿੱਤਾ। ਗੱਲ ਕਈ ਪੱਖ ਤੋਂ ਤੁਹਾਨੂੰ ਵਿਚਾਰਨੀ ਪਵੇਗੀ। ਮੈਂ ਇਸ ਜਿੱਤ ਨੂੰ ਗੈਰ ਸਧਾਰਨ ਮੰਨਦਾ, ਇੱਕ ਸਧਾਰਨ ਗੱਲ ਨਹੀਂ ਹੈ। ਬਿਲਕੁਲ ਬਿਲਕੁਲ। ਉਸ ਪ੍ਰਧਾਨ ਮੰਤਰੀ, ਜਿਸ ਪ੍ਰਧਾਨ ਮੰਤਰੀ ਨੇ ਕਦੇ ਪਰਵਾਹ ਹੀ ਨਹੀਂ ਕੀਤੀ, ਉਹ ਮਾਫੀ ਸ਼ਬਦ ਦਾ ਇਸਤੇਮਾਲ ਕਰਦਾ ਹੈ। ਉਹ ਕਹਿੰਦਾ ਕਿ ਸਾਡੀ ਤਪੱਸਿਆ 'ਚ ਕਮੀ ਰਹਿ ਗਈ ਆ। ਇਹ ਬਹੁਤ ਵੱਡੀ ਗੱਲ ਹੈ। ਔਰ ਜੇ ਤੁਸੀਂ ਦੇਖੋ 70 ਦੇ ਦਹਾਕੇ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੂੰ ਝੁਕਾਇਆ ਸੀਗਾ, ਉਸ ਤੋਂ ਬਾਅਦ ਇੱਕ ਐਸਾ ਅੰਦੋਲਨ ਮੈਂ ਆਪਣੇ ਜਨਮ ਤੋਂ ਬਾਅਦ ਵੇਖਿਆ ਵਾ ਕਿ ਜਿਹਦੇ ਵਿੱਚ ਜਦੋਂ ਲੋਕਤੰਤਰ ਤਕਰੀਬਨ ICU 'ਚ ਪਹੁੰਚਣ ਵਾਲਾ ਸੀ, ਉਹਨੂੰ ਫੜ ਕੇ ਲੋਕਤਾਂਤਰਿਕ ਸ਼ਕਤੀਆਂ ਨੇ ਜਾਂ ਲੋਕਤੰਤਰਵਾਦੀ ਲੋਕਾਂ ਨੇ ਉਹਨੂੰ ਪੁੱਠਾ ਮੋੜ ਲਿਆ ਕਿ ਆ ਜਾ ਭਾਈ, ਆ ਜਾ, ਤੈਨੂੰ ਅਸੀਂ ਬਚਾਉਨੇ ਆ, ਸਾਡੇ ਕੋਲ ਜੜੀ ਬੂਟੀ ਹੈਗੀ ਆ। ਜੀ, ਮੈਨੂੰ ਜਾਂਦੇ ਜਾਂਦੇ ਬਹੁਤ ਵੱਡਮੁੱਲੀ ਜਾਣਕਾਰੀ ਮਿਲੀ ਤੁਹਾਡੀ ਇਸ ਗੱਲ ਦੇ ਵਿੱਚੋਂ। ਪਰਚੇਜ਼ਿੰਗ ਪਾਵਰ, ਇੱਕ ਦਿਨ ਤੁਸੀਂ ਸ਼ਬਦ ਵਰਤਿਆ ਸੀ, ਮੇਰੇ ਹਲੇ ਯਾਦ ਹੈ। ਪਰਚੇਜ਼ਿੰਗ ਪਾਵਰ ਨਹੀਂ ਆਏਗੀ ਤਾਂ ਤੁਸੀਂ ਬਾਜ਼ਾਰ ਤੁਹਾਡਾ ਬੈਠਾ ਰਹੇਗਾ, ਤੁਹਾਡਾ ਖਰਚੇ ਦਾ ਜਦੋਂ ਤੁਹਾਡਾ ਹੱਥ ਕੁੱਟਿਆ ਗਿਆ, ਤਾਂ ਬਸ ਤੁਹਾਡੀ ਇਕਨੋਮੀ ਆਪਣੇ ਆਪ ਸਲੋ ਹੋ ਜਾਣੀ ਆ। ਜਿੱਦਾਂ ਜਿੱਦਾਂ ਤੁਸੀਂ ਪੈਸਾ ਖਰਚ ਕਰੋਗੇ, ਬਾਜ਼ਾਰ 'ਚ ਪੈਸਾ ਜਾਏਗਾ, ਡਿਮਾਂਡ ਵਧੇਗੀ, ਫਿਰ ਸਪਲਾਈ ਨੂੰ ਤਦ ਹੀ ਤੁਹਾਡੀ ਸਪਲਾਈ ਵਧੇਗੀ ਨਾ, ਜੀ ਜੀ ਜੀ, ਤਾਂ ਹੀ ਤੁਹਾਡੀ ਮੈਨੂਫੈਕਚਰਿੰਗ ਵਧੇਗੀ। ਇਸ ਬਾਜ਼ਾਰ ਨੂੰ ਵੀ ਸਮਝਣਾ ਪਏਗਾ ਨਾ। ਹੁਣ ਮੈਂ ਇਹੀ ਕਹਿ ਰਿਹਾ ਕਿ ਇੱਕ ਤਾਂ ਇਹ ਆ ਕਿ ਉੱਥੇ ਵੀ ਸੰਘਰਸ਼ ਮੁੱਕਿਆ ਨਹੀਂ, ਇੱਕ ਜਿੱਤ ਦਾ ਪੜਾਅ ਹੈ। ਠੀਕ ਹੈ, ਜਿੱਤ ਦਾ ਪੜਾਅ ਹੈ। ਮੈਂ ਹਮੇਸ਼ਾ ਕਹਿੰਦਾ ਸੀਗਾ ਕਿ ਇਹ ਜਿਹੜਾ ਸਿਲਸਿਲਾ ਚੱਲਣਾ ਹੈ, ਇਹਦੇ ਵਿੱਚ ਮਰਹਲੇ ਆਉਣਗੇ। ਕਦੇ ਤੁਸੀਂ ਠੰਡੇ ਹੋ ਗਏ, ਕਦੇ ਤੱਤੇ ਹੋ ਗਏ, ਕਦੇ ਨਿੰਮੋ ਚੂਣੇ ਹੋ ਗਏ। ਪਰ ਇੱਕ ਗੱਲ ਮੈਂ ਕਹਾਂਗਾ ਕਿ ਜੋ ਲੋਕ ਕਹਿੰਦੇ ਸੀਗੇ ਕਿ ਤੋੜ ਦਿਓ, ਫੋੜ ਦਿਓ, ਉਹਨਾਂ ਨੂੰ ਵੀ ਵਿਚਾਰ ਕਰਨਾ ਪਵੇਗਾ ਕਿ ਅੱਜ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਅੰਦੋਲਨ ਨੂੰ ਜਿੱਤਿਆ ਜਾ ਸਕਦਾ ਹੈ।
ਉਹਦੀ ਰਵਾਨਗੀ ਕਿਸ ਤਰ੍ਹਾਂ ਹੋ ਸਕਦੀ ਹੈ, ਜੀ ਉਹਦੀ ਗਤੀ ਕਿਸ ਤਰ੍ਹਾਂ ਹੋ ਸਕਦੀ ਆ, ਉਹਦਾ ਕਹਿ ਲਓ ਕਿ ਇੱਕ ਤਵਾਜ਼ਨ ਜਿਹੜਾ ਹੈ ਉਹ ਕਿਸ ਤਰ੍ਹਾਂ ਇੱਕ ਸਾਰ ਰੱਖ ਕੇ ਅੱਗੇ ਵਧਾਇਆ ਜਾ ਸਕਦਾ, ਇਹ ਸੋਚਣਾ ਪਏਗਾ ਸਾਨੂੰ। ਮਤਲਬ ਕਿ ਹਿੰਸਾ ਤੇ ਠੀਕ ਆ ਕਿ ਤੁਸੀਂ ਐਕਸ਼ਨ ਆਪਣੇ ਹਿਸਾਬ ਨਾਲ ਜਸਟੀਫਾਈਡ ਕਰੋ, ਪਰ ਸਾਨੂੰ ਸਿੱਖਿਆ ਲੈਣੀ ਪਏਗੀ ਜਾਪਾਨੀਆਂ ਤੋਂ, ਕਿ ਜਿਹੜੇ ਬਸਤੀਵਾਦੀ ਸੀ, ਜਿਹੜੇ ਬਹੁਤ ਜਲਦੀ ਵਿਸਤਾਰ ਕਰ ਰਹੇ ਸੀ। ਇੱਕ ਸਮਾਂ ਤਾਂ ਸੀਗਾ ਉਹਨਾਂ ਨੇ ਰਸ਼ੀਆ ਦੇ ਵਿੱਚ ਆ ਕੇ, ਮਨਚੂਰੀਅਨ ਦੇ ਵਿੱਚ ਆ ਕੇ ਤਾਂ ਠੋਕਤਾ ਸੀ ਸਭ ਨੂੰ, ਚਾਹੇ ਚਾਈਨਾ ਵੀ ਆ, ਚਾਹੇ ਸਾਰਿਆਂ ਨੂੰ, ਮਤਲਬ ਕਿ ਇਧਰ ਗੱਡੀ ਆਉਂਦੇ ਸੀ। ਪਰ ਅੱਜ ਵੇਖ ਲਓ ਬ੍ਰਿਟਿਸ਼ਰਸ ਦੇ ਨਾਲ ਸਿੱਧੀ ਲੜਾਈ ਸੀ ਉਹਨਾਂ ਦੀ। ਸੈਕੰਡ ਵਰਲਡ ਵਾਰ ਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ, ਉਹਨਾਂ ਨੇ ਆਖਿਆ ਦਫਾ ਕਰੋ, ਬੰਬ ਛੱਡਦੇ ਆ, ਆਪਾਂ ਸੰਧ ਚੱਕਦੇ ਆ। ਉਸ ਤੋਂ ਬਾਅਦ ਬੰਬ ਸੁੱਟ ਕੇ ਉਹਨਾਂ ਨੇ ਸੰਧ ਚੱਕੇ। ਅੱਜ ਦੇਖੋ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਆ ਉਹ। ਕੀ ਬਾਤ, ਆਪਣੀ ਫੌਜ ਵੀ ਹੈ ਨਹੀਂ ਚੱਜ ਦੇ ਨਾਲ ਹੁਣ ਉਹਨਾਂ ਦੀ ਜੀ। ਸੋ ਇਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਸਰਮਾਇਆ ਸਾਨੂੰ ਇੱਥੇ ਰੁਕਣਾ ਨਹੀਂ ਪੈਣਾ। ਇੱਕ ਸੰਘਰਸ਼ ਉੱਥੇ ਤੱਕ ਕਰਨਾ ਹੀ ਕਰਨਾ ਕਿਸਾਨਾਂ ਨੇ, ਦੇਸ਼ ਵਿਆਪੀ, ਔਰ ਚੱਲੇਗਾ, ਸਦੀਆਂ ਤੋਂ ਚੱਲਦਾ ਆਇਆ। ਇਹ ਇੱਕ ਸਦੀ ਤਾਂ ਆਪਾਂ ਨੂੰ ਇਤਿਹਾਸ ਪਰੋਲ ਕੇ ਦੇਖ ਲਈਏ ਤਾਂ ਇੱਕ ਗਵਾਹੀ ਮਿਲ ਜਾਂਦੀ ਆ, ਸ਼ਹਾਦਤ ਮਿਲ ਜਾਂਦੀ ਆ ਕਿ ਕਿਵੇਂ ਕਿਸਾਨੀ ਸੰਘਰਸ਼ ਪੜਾਅ ਪੜਾ ਅੱਗੇ ਵਧੇ ਨੇ। ਪਰ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਕਿਸਾਨ ਵਾਸਤੇ ਵੀ ਮੈਂ ਸਮਝਦਾ ਕਿ ਹੁਣ ਰੀਥਿੰਕ ਕਰਨ ਦਾ ਇੱਕ ਮੌਕਾ ਹੈ। ਠੀਕ ਹੈ ਕਿ ਭਾਈ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰਨਾ ਹੈ। ਤੁਹਾਡੇ ਕੋਲ ਭੂਮੀ ਆ, ਤੁਹਾਡੇ ਕੋਲ ਪਾਣੀ ਹੈ, ਦੋਨੇ ਐਸੈਟ ਨੇ, ਇਹਨਾਂ ਨੂੰ ਕਿੱਦਾਂ ਬਚਾਉਣਾ ਹੈ, ਕਿੱਦਾਂ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਖੇਤੀ ਦਾ ਮਾਡਲ ਬਦਲਣਾ ਹੈ, ਕਿੱਦਾਂ ਲਾਗਤ ਘੱਟ ਕਰਨੀ ਹੈ, ਕਿੱਦਾਂ ਇੱਕ ਅਲਟਰਨੇਟਿਵ ਬਾਜ਼ਾਰ ਖੜਾ ਕੀਤਾ ਜਾ ਸਕਦਾ, ਕਿੱਦਾਂ ਕੋਆਪਰੇਟਿਵ ਖੇਤੀ ਨਾਲ ਅੱਗੇ ਵਧਿਆ ਜਾ ਸਕਦਾ ਹੈ, ਕਿੱਦਾਂ ਕੁਦਰਤੀ ਖੇਤੀ ਨਾਲ ਲਾਗਤ ਘੱਟ ਕੀਤੀ ਜਾ ਸਕਦੀ ਹੈ। ਹੁਣ ਜਦੋਂ ਚਰਨਜੀਤ ਸਿੰਘ ਚੰਨੀ ਵਰਗੇ ਬਿਲਕੁਲ ਕਹਿ ਲਓ ਕਿ ਕਿਸਾਨਾਂ ਦੇ ਮੋਹਰੇ ਛੂਈ ਮੂਈ, ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਛੂਈ ਮੂਈ, ਜਦੋਂ ਛੂਈ ਮੂਈ ਹੋਏ ਪਏ ਆ ਤੇ ਇਧਰ ਵੀ ਬਹੁਤ ਕੁਝ ਕਰਵਾਇਆ ਜਾ ਸਕਦਾ ਜਾਂ ਕੀਤਾ ਜਾ ਸਕਦਾ। ਮਿੰਟੂ ਜੀ ਆਪਾਂ ਜਾਂਦੇ ਆਂਦੇ ਇੱਕ ਹੋਰ ਸਵਾਲ ਲਵਾਂਗੇ। ਤੁਸੀਂ ਸ਼ੁਰੂਆਤ ਕੀਤੀ, ਤੁਹਾਡਾ ਸਵਾਲ ਮੈਂ ਖਾ ਹੀ ਗਿਆ, ਤੁਸੀਂ ਕਰਨ ਲੱਗੇ ਸੀ ਜੀ। ਕੋਈ ਗੱਲ ਨਹੀਂ, ਉਹ ਗੱਲ ਹੀ ਉਹ ਤਕਰੀਬਨ ਨਿਕਲ ਕੇ ਆਏਗੀ ਸਾਹਮਣੇ। ਤੁਸੀਂ ਪੱਛਮੀ ਬੰਗਾਲ ਦੀ ਉਦਾਹਰਨ ਦਿੱਤੀ, ਯੂਪੀ ਦੀ ਗੱਲ ਕੀਤੀ ਕਿ ਵੋਟ ਬੈਂਕ ਨੂੰ ਹਮੇਸ਼ਾ ਰਾਜਨੀਤਿਕ ਵਾਨ ਸੋਚਦਾ ਕਿ ਇਸ ਤਰ੍ਹਾਂ ਹੋ ਸਕਦਾ ਹੈ। ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਹੁਣ ਜਿਹੜੇ ਕਿਸਾਨ ਆਗੂ ਹੋਣਗੇ ਜਾਂ ਕਿਸਾਨੀ ਵੋਟ ਬੈਂਕ ਹੋਏਗਾ, ਗੇਮ ਚੇਂਜਰ ਹੋਏਗਾ ਕਿ ਹਮੇਸ਼ਾ ਸਿਆਸੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਇਸੇ ਤਰ੍ਹਾਂ? ਛੱਡ ਦਿਓ ਤੁਸੀਂ, ਰਾਜਨੀਤੀ ਨੂੰ ਵੀ ਦਫਾ ਕਰੋ। ਠੀਕ ਹੈ, ਮੈਂ ਤੁਹਾਨੂੰ ਇੱਕ ਸੋਸ਼ਲੀ ਗੱਲ ਦੱਸਦਾ ਜੀ। ਮੋਗੇ ਦੇ ਵਿੱਚ ਯਾਰ ਪਰਸੋਂ ਚੌਥ ਸਫਾਈ ਕਰਮਚਾਰੀ ਕੁੱਟੇ ਗਏ। ਠੀਕ ਹੈ, ਆਪਣੀਆਂ ਮੰਗਾਂ ਸੀ ਉਹਨਾਂ ਦੀਆਂ ਜੀ। ਨਾਗਰਿਕਤਾ ਨਾਗਰਿਕ ਹੈ ਨਾ। ਹਾਂਜੀ। ਕਿਸਾਨ ਮਿਲਣ ਗਏ ਤੇ ਸੀਐਮ ਸਿਕਿਉਰਿਟੀ ਨੇ ਬਦਤਮੀਜ਼ੀ ਕੀਤੀ, ਖੁਦ ਸੀਐਮ ਆ ਕੇ ਮਾਫੀ ਮੰਗਦਾ ਹੈ। ਬਿਲਕੁਲ। ਉਹਨਾਂ ਨੂੰ ਧੂ ਕੇ ਕੁੱਟਿਆ ਗਿਆ, ਲੰਮੇ ਪਾ ਕੇ ਕੁੱਟਿਆ ਗਿਆ, ਜਿਹੜੇ ਤੁਹਾਡੇ ਗੰਦ ਨੂੰ ਚੁੱਕਦੇ ਆ। ਕੋਈ ਨਹੀਂ ਬੋਲਿਆ, ਨਾ ਸਾਡੇ ਚੋਂ, ਨਹੀਂ ਬੋਲੇ, ਨਾ ਸਰਕਾਰ ਚੋਂ ਜੀ, ਨਾ ਮੀਡੀਆ ਚੋਂ। ਠੀਕ ਹੈ, ਕੋਈ ਨਹੀਂ ਬੋਲਿਆ ਜੀ, ਕਿ ਉਹ ਵੀ ਤਾਂ ਹੱਡ ਮਾਸ ਦੇ ਪੁਤਲੇ ਆ। ਜੇ ਕਿਸਾਨਾਂ ਦੀਆਂ ਮੰਗਾਂ ਨੇ ਤਾਂ ਉਹਨਾਂ ਦੀਆਂ ਮੰਗਾਂ ਨੇ, ਪਰ ਫਰਕ ਹੈ। ਫਰਕ ਪਤਾ ਕਿੱਥੇ ਆ? ਜਿਹੜੇ ਕਿਸਾਨ ਆ ਇਹਨਾਂ ਨੇ ਵੇਲਾ ਵਿਚਾਰ ਕੇ ਆਪਣੇ ਏਕੇ ਨੂੰ ਬਰਕਤ ਰੂਪੀ ਸਾਂਚੇ ਚ ਢਾਲ ਲਿਆ। ਜੀ ਬਿਲਕੁਲ। ਮਿਸਾਲ ਦਿੰਦਾ ਮੈਂ, ਵੈਸੇ ਮੈਂ ਜਾਤੀਵਾਦੀ ਨਹੀਂ ਆ। ਹਾਂਜੀ ਹਾਂਜੀ। ਇੱਥੋਂ ਦਾ ਜੱਟ ਜੀ, ਹਰਿਆਣੇ ਦਾ ਜੱਟ, ਹਾਂਜੀ, ਯੂਪੀ ਦਾ ਜੱਟ ਇਕੱਠੇ ਹੋ ਗਏ ਕਿਉਂਕਿ ਇਹਨਾਂ ਦੀ ਜੜ ਤੇ ਇੱਕ ਸੀ। ਹਾਂਜੀ, ਸਹੀ ਸਹੀ। ਨਾਲ ਚਲੋ ਐਸੀ ਭਾਈਚਾਰੇ ਦੀ ਸਪੋਰਟ ਹੋਈ, ਦੂਸਰੇ ਭਾਈਚਾਰਿਆਂ ਦੀ ਸਪੋਰਟ ਹੋਈ, ਇੱਕ ਬਣ ਗਈ ਸ਼ਕਤੀ ਜੀ। ਔਰ ਜਦੋਂ ਸ਼ਕਤੀ ਬਣ ਜਾਂਦੀ ਹੈ ਨਾ, ਸੰਘਰਸ਼ ਕਰਦੀ ਹੈ ਇਸ ਤਰ੍ਹਾਂ ਸ਼ਕਤੀ। ਔਰ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਹੰਝੂਆਂ ਦੇ ਮਾਧਿਅਮ ਰਾਹੀਂ ਜਦੋਂ ਸੰਘਰਸ਼ ਦੇ ਵਿੱਚ ਮੁਸਕਾਨ ਲੜਦੀ ਹੈ ਨਾ, ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਹੁੰਦੀ ਹੈ। ਸਾਰੀ ਖੂਬਸੂਰਤੀ ਉਹਦੇ ਮੋਹਰੇ ਫਿੱਕੀ ਪੈ ਜਾਂਦੀ ਹੈ। ਮੇਰੇ ਕਹਿਣ ਦਾ ਮਤਲਬ ਇਹ ਹੋਆ ਪ੍ਰਵੀਨ ਜੀ ਕਿ ਦੂਜੀਆਂ ਸਮਾਜਿਕ ਧਿਰਾਂ ਨੂੰ ਵੀ, ਜਮਾਤਾਂ ਨੂੰ ਵੀ ਸਬਕ ਲੈਣਾ ਪਏਗਾ ਕਿ ਇਸ ਦੇਸ਼ ਦੇ ਵਿੱਚ ਰਾਜਨੀਤੀ ਨੂੰ ਜੇ ਬਿਲਕੁਲ ਲੀਏ ਤੋੜਨਾ ਹੈ ਜਾਂ ਰਾਜਨੀਤੀ ਨੂੰ ਜੇ ਤੁਸੀਂ ਬਿਲਕੁਲ ਟਿਕਾਣੇ ਤੇ ਲਿਆਉਣਾ, ਆਪਣੀਆਂ ਮੰਗਾਂ ਮਨਵਾਉਣੀਆਂ ਨੇ, ਤਦ ਤੁਹਾਨੂੰ ਕਿਸਾਨਾਂ ਤੋਂ ਕਿਤੇ ਨਾ ਕਿਤੇ ਸਬਕ ਸਿੱਖਣੇ ਪੈਣ। ਜੀ ਮਿੰਟੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਇਸ ਬਹੁਤ ਵੱਡੇ ਦਿਨ ਨੂੰ, ਜਿਹੜਾ ਕਿ ਕਿਸਾਨੀ ਸੰਘਰਸ਼, ਕਿਸਾਨੀ ਦੇ ਪੱਖੋਂ ਬਹੁਤ ਵੱਡਾ ਦਿਨ ਕਿਹਾ ਜਾ ਸਕਦਾ, ਉਹਦੀ ਅਸੀਂ ਸਮੀਖਿਆ ਕੀਤੀ ਰਾਜਨੀਤੀ ਦੇ ਲਿਹਾਜ਼ ਤੋਂ, ਧਾਰਮਿਕ ਲਿਹਾਜ਼ ਤੋਂ, ਤਾਂ ਸਮਾਜਿਕ ਲਿਹਾਜ਼ ਤੋਂ, ਆਰਥਿਕ ਲਿਹਾਜ਼ ਤੋਂ। ਪਰ ਬਾਵਜੂਦ ਇਸ ਦੇ ਹੋ ਸਕਦਾ ਤੁਹਾਡੇ ਜਿਹੜੇ ਪੁਆਇੰਟ ਆਫ ਵਿਊ ਤੋਂ ਤੁਸੀਂ ਸੋਚ ਰਹੇ ਹੋ ਉਹ ਚੀਜ਼ਾਂ ਡਿਸਕਸ ਕਰਨੋਂ ਰਹਿ ਗਈਆਂ ਹੋਣ। ਸਭ ਤੋਂ ਵੱਡੀ ਗੱਲ ਹੁੰਦੀ ਹੈ ਸਰਕਾਰਾਂ ਦਾ ਮਾਡਲ ਕੀ ਹੈ, ਉਸ ਤੋਂ ਵੀ ਵੱਡੀ ਗੱਲ ਹੁੰਦੀ ਹੈ ਸਰਕਾਰ ਦਾ, ਕਿਸੇ ਪਾਰਟੀ ਦਾ ਰਾਜ ਕਰਨ ਦਾ ਏਜੰਡਾ ਕੀ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੇ ਡਿਸਕਸ ਕੀਤੀ।
ਅੱਜ ਫਿਰ ਉਹਨਾਂ ਲੋਕਾਂ ਨੂੰ ਮੁਬਾਰਕਬਾਦ ਜਿਹੜੇ ਲੋਕ ਅੰਦੋਲਨ ਲੜਦੇ ਨੇ, ਕਿਸਾਨੀ ਅੰਦੋਲਨ ਨਹੀਂ, ਆਪਣੀ ਹੱਕਾਂ ਖਾਤਰ ਸੰਸਾਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹ ਜੰਗ ਕਰਦੇ ਨੇ, ਜੂਝਦੇ ਨੇ। ਅਗਲੀ ਵਾਰੀ ਫਿਰ ਮੁਲਾਕਾਤ ਹੋਏਗੀ, ਕਿਸੇ ਅਹਿਮ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। CPC TV ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ।